ਤੁਸੀਂ ਦੇਖੋ ਪਿਛਲੇ 2-1 ਸਾਲ 'ਚ ਜਿਹੜੇ ਇੱਥੇ ਪ੍ਰਾਈਸਾਂ ਜਿਹੜੀਆਂ ਚੱਕੀਆਂ ਗਈਆਂ ਵਧੀਆਂ ਨਾ, ਉਹਦੇ ਕਰਕੇ ਡਾਕਟਰ ਜਿੱਥੇ ਦੁਕਾਨਾਂ ਉਹਨਾਂ ਦੀ ਕਲੀਨਿਕਸ ਹੈਗੀਆਂ, ਉਹਨਾਂ ਦੇ ਰੈਂਟ ਵੀ ਵੱਧ ਗਏ। ਬਿਲਕੁਲ, ਆਮਦਨੀ ਓਨੀ ਹੋਣੀ, ਰੈਂਟ ਵੱਧ ਗਿਆ, ਖਰਚੇ ਵੱਧ ਗਏ। ਦੇਖੋ ਮੈਂ 27 ਸਾਲ ਤੋਂ ਹੁੱਕਾ ਦੇ ਰਿਹਾ ਵੀ ਸਰੀ 'ਚ ਸੈਕਿੰਡ ਹਸਪੀਟਲ ਬਣਨਾ ਚਾਹੀਦਾ, ਨਹੀਂ ਬਣਿਆ ਜੀ। ਮੈਂ 27 ਸਾਲ ਤੋਂ ਵੱਖ-ਵੱਖ ਰੇਡੀਓ ਟੈਲੀਵਿਜ਼ਨ ਤੇ ਕਹਿ ਰਿਹਾ। ਸੋ ਸਾਨੂੰ ਕੋਈ ਨਾ ਕੋਈ ਕਮਿਊਨਿਟੀ ਆਰਗੇਨਾਈਜੇਸ਼ਨ ਲੈ ਕੇ ਇਹਨੂੰ ਚੱਲਣਾ ਪੈਣਾ। ਸਤਿ ਸ਼੍ਰੀ ਅਕਾਲ ਦੋਸਤੋ, ਇੱਕ ਵਾਰ ਫਿਰ ਤੋਂ ਲੈ ਕੇ ਹਾਜ਼ਰ ਹਾਂ ਸ਼ੋਅ ਦਾ ਹੈਲੋ ਡਾਕਟਰ। ਸੋ ਅੱਜ ਸਾਡੇ ਨਾਲ ਨੇ ਡਾਕਟਰ ਪੁਰਜੀ ਜੀ। ਸੋ ਡਾਕਟਰ ਸਾਹਿਬ, ਅਸੀਂ ਇੱਕ ਗੱਲ ਕਰਾਂਗੇ ਕਿ ਜਿੱਦਾਂ ਆਪਾਂ ਸਰੀ 'ਚ BC 'ਚ ਜਾਂ ਆਲ ਓਵਰ ਦੇਖੀਏ ਕੈਨੇਡਾ ਦੇ ਵਿੱਚ ਫੈਮਿਲੀ ਡਾਕਟਰਸ ਦੀ ਬੜੀ ਸ਼ਾਰਟੇਜ ਹੋ ਰਹੀ ਹੈ। ਜੀ ਉਹ ਮਤਲਬ ਹਰੇਕ ਬੰਦੇ ਨੂੰ ਇਫੈਕਟ ਕਰ ਰਿਹਾ ਹੈ। ਜੇ ਕਿਸੇ ਦਾ ਹੁੰਦਾ ਵੀ ਹੈ ਤਾਂ ਇੰਨੇ ਜ਼ਿਆਦਾ ਮਤਲਬ ਵੇਟਿੰਗ ਟਾਈਮ ਇੰਨਾ ਹੈ ਕਿ ਕਾਲ ਦੇ ਉੱਤੇ ਹੀ 2-2 ਘੰਟੇ ਲੱਗ ਜਾਂਦੇ ਨੇ ਕਿ ਡਾਕਟਰ ਨਾਲ ਗੱਲ ਕਰਨ ਲਈ। ਉਸ ਤੋਂ ਬਾਅਦ ਅਪਾਇੰਟਮੈਂਟਸ ਨੇ ਜਿਹੜੀ ਹਫ਼ਤੇ 2-2 ਹਫ਼ਤੇ ਵੀ। ਜੇ ਬੰਦੇ ਨੂੰ ਬਿਮਾਰੀ ਅੱਜ ਹੈ, ਤਕਲੀਫ ਅੱਜ ਹੈ, ਤੇ 2 ਹਫ਼ਤੇ ਬਾਅਦ ਕੀ ਫਾਇਦਾ? ਸੋ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ? ਬਹੁਤ ਅੱਛਾ ਤੁਹਾਡਾ ਕੁਐਸਚਨ, ਔਰ ਬੜਾ ਪ੍ਰੈਕਟੀਕਲ ਕੁਐਸਚਨ ਹੈ ਜਿਹਦੇ ਉੱਤੇ ਲਗਭਗ ਰੋਜ਼ ਹੀ ਇਹਦੇ ਉੱਤੇ ਗੱਲਬਾਤ ਹੁੰਦੀ ਆ। ਸਾਡੀ ਬ੍ਰਿਟਿਸ਼ ਕੋਲੰਬੀਆ ਦੀ ਆਬਾਦੀ ਹੈਗੀ ਇਸ ਵੇਲੇ ਕਰੀਬਨ 5 ਮਿਲੀਅਨ ਹੈ ਨਾ ਜੀ। ਲੇਕਿਨ ਦੁਖਾਂਤ ਵਾਲੀ ਗੱਲ ਹੈ ਵੀ 1 ਮਿਲੀਅਨ ਬ੍ਰਿਟਿਸ਼ ਕੋਲੰਬੀਅਨ ਕੋ ਫੈਮਿਲੀ ਡਾਕਟਰ ਨਹੀਂ ਹੈਗਾ ਜੀ। ਹੁਣ ਇਹ ਹੋਇਆ ਕਿਉਂ? ਇਹਦਾ ਰੀਜ਼ਨ ਸਾਨੂੰ ਲੱਭਣਾ ਪੈਣਾ। ਪਹਿਲਾਂ ਤਾਂ ਦੇਖੋ ਮੈਂ ਸਪੈਸ਼ਲਿਸਟ ਹੈਗਾ, ਸਪੈਸ਼ਲਿਸਟ ਦੀ ਇੰਨੀ ਸ਼ਾਰਟੇਜ ਨਹੀਂ ਹੈਗੀ, ਫੈਮਿਲੀ ਡਾਕਟਰ ਦੀ ਸ਼ਾਰਟੇਜ ਚੱਲ ਰਹੀ ਹੈ ਨਾ। ਬਟ ਜੇ ਫੈਮਿਲੀ ਡਾਕਟਰ ਸਪੈਸ਼ਲਿਸਟ ਨੂੰ ਰੈਫਰ ਕਰੇਗਾ ਤਾਂ ਹੀ ਤਾਂ ਸਪੈਸ਼ਲਿਸਟ ਕੋਲ ਵੀ ਬੰਦਾ ਜਾਏਗਾ। ਜੇ ਫੈਮਿਲੀ ਡਾਕਟਰ ਹੈ ਹੀ ਨਹੀਂ ਤਾਂ ਫਿਰ ਕਿੱਦਾਂ ਸਪੈਸ਼ਲਿਸਟ ਕੋਲ ਵੀ? ਨਹੀਂ, ਬਿਲਕੁਲ ਸਹੀ ਗੱਲ, ਤੁਸੀਂ ਜਿਹੜਾ ਸਿਸਟਮ ਨੂੰ ਐਨਾਲਾਈਜ਼ ਵਧੀਆ ਕੀਤਾ। ਹੁਣ ਦ ਰੀਜ਼ਨ ਵੀ ਇਹਦੀ ਸ਼ਾਰਟੇਜ ਇਸ ਲਈ ਪਈ, ਪਹਿਲੀ ਗੱਲ ਇਹ ਹੈਗੀ ਆ ਵੀ ਅਗਰ ਫੈਮਿਲੀ ਡਾਕਟਰ BC 'ਚ ਪ੍ਰੈਕਟਿਸ ਕਰ ਰਿਹਾ ਜੀ ਤਾਂ ਉਹਨੂੰ ਇੱਕ ਪੇਸ਼ੈਂਟ ਨੂੰ ਇੱਕ ਵਾਰੀ ਦੇਖਣ ਦੇ $30 ਮਿਲਦੇ ਆ। ਓਕੇ, ਉਹੀ ਫੈਮਿਲੀ ਡਾਕਟਰ ਅਗਰ ਅਲਬਰਟਾ 'ਚ ਪ੍ਰੈਕਟਿਸ ਕਰ ਰਿਹਾ ਤਾਂ ਉਹਨੂੰ $41 ਮਿਲਦੇ। ਉਹੀ ਫੈਮਿਲੀ ਡਾਕਟਰ ਅਗਰ ਓਨਟਾਰੀਓ 'ਚ ਪ੍ਰੈਕਟਿਸ ਕਰ ਰਿਹਾ ਤਾਂ ਉਹਨੂੰ 45 ਮਿਲਦੇ। ਹੁਣ ਤੁਸੀਂ ਦੇਖੋ ਵੀ ਹਰ ਪ੍ਰੋਵਿੰਸ ਦੇ ਵਿੱਚ ਵੱਖ-ਵੱਖ ਫਰਕ ਆ। ਔਰ ਪਿਛਲੇ ਕੁਝ 10-12 ਸਾਲ ਤੋਂ ਇਹ $30 ਪਹਿਲਾਂ 25 ਹੁੰਦੇ ਸੀ, ਫਿਰ ਹੌਲੀ-ਹੌਲੀ 30 ਹੋਏ, ਹੁਣ 30 ਤੇ ਅੜੀ ਪਈ ਇਹ ਗੱਲ ਹੈ ਨਾ। ਤੇ ਇੱਕ ਮੇਨ ਰੀਜ਼ਨ ਤਾਂ ਇਹ ਸੀ। ਦੂਜਾ ਤੁਸੀਂ ਦੇਖੋ ਪਿਛਲੇ 2-1 ਸਾਲ 'ਚ ਜਿਹੜੇ ਇੱਥੇ ਪ੍ਰਾਈਸਾਂ ਜਿਹੜੀਆਂ ਚੱਕੀਆਂ ਗਈਆਂ ਵਧੀਆਂ ਨਾ, ਉਹਦੇ ਕਰਕੇ ਡਾਕਟਰ ਜਿੱਥੇ ਦੁਕਾਨਾਂ ਉਹਨਾਂ ਦੀ ਕਲੀਨਿਕਸ ਹੈਗੀਆਂ, ਉਹਨਾਂ ਦੇ ਰੈਂਟ ਵੀ ਵੱਧ ਗਏ। ਬਿਲਕੁਲ, ਆਮਦਨੀ ਓਨੀ ਹੋਣੀ, ਰੈਂਟ ਵੱਧ ਗਿਆ, ਖਰਚੇ ਵੱਧ ਗਏ। ਸੋ ਇੱਕ ਸੋ ਜਿਹੜਾ ਸੈਲਰੀਜ਼ ਹੈਗੀ, ਸੈਕਟਰੀ ਹੈਗੀ ਆ, ਕੰਪਿਊਟਰ ਹੈਗਾ, ਫੋਨ ਆ, ਬਿੱਲ ਬੱਤੀ, ਸਭ ਕੁਛ ਹੈ। ਸੋ ਇੱਕ ਐਵਰੇਜ ਫੈਮਿਲੀ ਡਾਕਟਰ $2.5 ਲੱਖ ਕਮਾਉਂਦਾ ਅਗਰ ਉਹ ਫੁੱਲ ਟਾਈਮ ਕੰਮ ਕਰਦਾ। ਅੱਛਾ ਜੀ, 5-6 ਦਿਨ ਹਫਤੇ 'ਚ ਪਰ ਈਅਰ ਤੋਂ 250 ਮਤਲਬ $2.5 ਲੱਖ, $2,50,000। ਲੇਕਿਨ ਉਹਦਾ ਜਿਹੜਾ ਹੈਗਾ ਓਵਰਹੈਡ ਜਿਹਨੂੰ ਆਪਾਂ ਕਹਿੰਦੇ ਹਾਂ, ਰੈਂਟ ਕਹਿ ਲਓ, ਸੈਕਟਰੀਜ਼ ਕਹਿ ਲਓ, ਦੂਜਾ ਤੀਜਾ, ਉਹ ਕਰੀਬਨ $1 ਦੇ ਲਾਗੇ ਚ ਅੱਗੇ ਅੱਪੜ ਗਿਆ। ਸੋ ਉਹਦੇ ਵਿੱਚ ਉਹਦੇ ਕੋਲ ਬਚ ਗਏ ਕਿੰਨੇ? 1.5 ਲੱਖ। ਉਹਦੇ 'ਚ ਉਹਨੇ ਟੈਕਸ ਪੇ ਕਰਤਾ 60,000 ਤੇ ਉਹਨੂੰ ਕੀ ਘਰ ਲੈ ਕੇ ਗਿਆ 5-6,000, ਮਤਲਬ ਸਾਲ ਦਾ 90,000 ਬਣ ਗਿਆ। ਹਾਂਜੀ, ਸੋ ਉਹਦੇ ਵਿੱਚ ਉਹਦੇ ਜਿਹੜੇ ਹੈਗੇ ਆ ਕਈ ਵਾਰ ਪੂਰੇ ਖਰਚੇ ਨਹੀਂ ਚੱਲਦੇ ਕਿਉਂਕਿ ਉਹਨੇ ਬੱਚੇ ਵੀ ਪੜ੍ਹਾਉਣੇ ਆ, ਯੂਨੀਵਰਸਿਟੀ ਵੀ ਭੇਜਣੀ ਆ, ਆਪਣੇ ਘਰ ਦੀ ਮਾਰਗੇਜ ਵੀ ਪੇ ਕਰਨੀ ਆ, ਕਾਰ ਦਾ ਵੀ ਖਰਚਾ ਪੇ ਕਰਨਾ। ਸੋ ਗੱਲ ਇਹ ਹੋਈ ਵੀ ਇਸ ਵੇਲੇ ਜਿਹੜੇ ਬ੍ਰਿਟਿਸ਼ ਕੋਲੰਬੀਆ 'ਚ ਅਗਰ ਸਮਝੋ 100 ਫੈਮਿਲੀ ਡਾਕਟਰ ਹੈਗੇ ਆ, 58 ਕੰਮ ਕਰ ਰਹੇ ਆ, 42 ਹੋਰ ਕੋਈ ਕੰਮ ਸ਼ੁਰੂ ਕਰਤਾ ਉਹਨਾਂ ਕੋਲ ਲਾਇਸੈਂਸ ਪੂਰਾ। ਲੇਕਿਨ ਸਰੀ 'ਚ ਸੁਣੋ ਨਾ, ਸਰੀ 'ਚ ਕੀ ਕੀਤਾ ਉਹ ਬਿਲਡਰ ਬਣ ਗਏ, ਉਹ ਡਿਵੈਲਪਰ ਬਣ ਗਏ ਵੀ ਸਾਨੂੰ $1 ਮਿਲੀਅਨ 2 ਮਿਲੀਅਨ ਬਣਨਾ ਹੈ ਤਾਂ ਉੱਥੇ ਅਸੀਂ ਮਸਾਂ 90,000 ਪਿੱਛੇ ਮਤਲਬ ਪੂਰਾ ਸਾਲ ਲੱਗਣਾ ਹੈ ਨਾ। ਸੋ ਉਹਨਾਂ ਨੇ ਪ੍ਰੋਫੈਸ਼ਨ ਚੇਂਜ ਕਰ ਲਿਆ। ਕਈ ਜਿਹੜੇ ਹੈਗੇ ਉਹ ਮੂਵ ਹੋ ਗਏ, ਜਿੱਦਾਂ ਮੈਂ ਕਿਹਾ ਸੀ ਅਲਬਰਟਾ, ਓਨਟਾਰੀਓ। ਹੁਣ ਤੁਸੀਂ ਦੇਖੋ ਸਰੀ 'ਚ ਇੱਕ ਆਰਡੀਨਰੀ ਘਰ ਆ, ਉਹ $1 ਮਿਲੀਅਨ 1.5 ਮਿਲੀਅਨ ਦਾ ਪਊਗਾ, ਉਹ ਵੀ ਪੁਰਾਣਾ। ਅਗਰ ਬ੍ਰੈਂਡ ਨਿਊ ਲੈਣਾ ਤਾਂ $2 ਮਿਲੀਅਨ ਦੇ ਲਾਗੇ ਚੱਗੇ ਪਊਗਾ ਹੈ ਨਾ। ਇਹੀ ਅਗਰ ਘਰ ਜਿਹੜਾ ਹੈਗਾ ਬ੍ਰੈਂਡ ਨਿਊ, ਤੁਸੀਂ ਸਭ ਤੋਂ ਵਧੀਆ ਲੋਕੇਸ਼ਨ ਅਲਬਰਟਾ 'ਚ ਲੈਣਾ। ਜਿੱਦਾਂ ਹੁਣ BC 'ਚ ਲੋਅਰ ਮੇਨਲੈਂਡ 'ਚ ਵੈਸਟ ਵੈਂਕੂਵਰ ਦੇ ਜਿਹੜੇ ਘਰ ਆ ਨਾ 15-20 ਮਿਲੀਅਨ, ਉਹੋ ਜਿਹੀ ਲੋਕੇਸ਼ਨ ਅਗਰ ਤੁਸੀਂ ਕੈਲਗਰੀ 'ਚ ਲੈਣੀ ਹੈ ਤਾਂ ਤੁਹਾਨੂੰ $1 ਮਿਲੀਅਨ 1.5 ਮਿਲੀਅਨ 'ਚ ਮਿਲ ਜਾਣਾ। ਇੱਕ ਤਾਂ ਘਰਾਂ ਦਾ ਪ੍ਰਾਈਸ ਦਾ ਫਰਕ ਆ, ਦੂਜਾ ਪੇ ਜਿਹੜੀ ਹੈਗੀ ਉਹਨਾਂ ਦੀ ਵਧੀਆ, ਤੀਜਾ ਉਹਨਾਂ ਦੀ ਜਿਹੜੀ ਸਰਕਾਰ ਆ ਉਹ ਫੈਮਿਲੀ ਡਾਕਟਰ ਨੂੰ ਇਨਸੈਂਟਿਵਸ ਬਹੁਤ ਦਿੰਦੀ ਆ। ਇਸ ਲਈ BC ਦੀ ਸਰਕਾਰ ਨੂੰ ਜਦੋਂ ਇਹ ਖਬਰ ਮਿਲੀ, ਉਹਨਾਂ ਨੇ ਵੀ ਚੇਂਜਸ ਲਿਆਉਣ ਦੀ ਹੁਣ ਕੋਸ਼ਿਸ਼ ਕੀਤੀ ਆ। ਤਾਂ ਫਰਵਰੀ ਪਹਿਲੀ ਤੋਂ ਕਰੀਬਨ 3 ਮਹੀਨੇ ਬਾਅਦ ਉਹ ਕੋਸ਼ਿਸ਼ ਕਰ ਰਿਹਾ ਵੀ ਬਿਲਿੰਗ ਸਟਰਕਚਰ ਇੰਪਰੂਵ ਕੀਤਾ ਜਾਏ
ਤਾਂ ਕਿ ਫੈਮਿਲੀ ਡਾਕਟਰ ਜਿਹੜਾ 2.5 ਲੱਖ ਕਮਾਉਂਦਾ ਉਹ 3,85,000 ਦੇ ਲਾਗੇ ਚਾਗੇ ਆਵੇ। ਓਕੇ, ਹੁਣ ਇਹ ਜਿਹੜਾ ਹੈਗਾ ਇਹ ਬਹੁਤ ਵਧੀਆ ਉਪਰਾਲਾ, ਮਾੜਾ ਨਹੀਂ ਆ। ਲੇਕਿਨ ਮੈਂ ਕੀ ਆਖਿਆ ਸੀ ਵੀ 42% ਜਿਹੜੇ ਰਜਿਸਟਰਡ ਲਾਇਸੈਂਸ ਹੋਲਡਰ ਫੈਮਿਲੀ ਡਾਕਟਰ ਆ ਉਹ ਕੰਮ ਤੇ ਨਹੀਂ ਆ ਰਹੇ ਜੀ, ਸਿਰਫ 58% ਆ ਰਹੇ। ਹੁਣ ਤੁਸੀਂ ਇਕੁਏਸ਼ਨ ਦੇਖੋ, ਅਗਰ ਸਮਝੋ 1 ਮਿਲੀਅਨ ਬੱਚਾ BC 'ਚ ਜਿਨ੍ਹਾਂ ਕੋਲ ਟੀਚਰ ਨਹੀਂ ਆ, ਜੀ, ਜਿਹੜੇ ਐਗਜ਼ਿਸਟਿੰਗ ਟੀਚਰ ਹੈ ਉਹਨਾਂ ਦੀ ਤਨਖਾਹ ਰੇਜ਼ ਕਰਨ ਦੇ ਨਾਲ ਤੇ ਉਹ ਪ੍ਰੋਬਲਮ ਸੋਲਵ ਨਹੀਂ ਹੋਣੀ, ਤਾਂ ਤੁਹਾਨੂੰ ਨਵੀਂ ਰਿਕਰੂਟਮੈਂਟ ਕਰਨੀ ਪੈਣੀ ਹੈ। ਤੁਹਾਨੂੰ ਨਵੇਂ ਜਿਹੜੇ ਹੈਗੇ ਗ੍ਰੈਜੂਏਟਸ ਉਹਨਾਂ ਨੂੰ ਰਿਟੇਨ ਕਰਨਾ ਪੈਣਾ। ਹੁਣ ਜਿਹੜੇ ਸਾਡੇ ਨਵੇਂ ਗ੍ਰੈਜੂਏਟਸ ਹੈ ਜਿਹੜੇ BC 'ਚ ਪੜ੍ਹਦੇ ਆ, UBC 'ਚ ਮੈਡੀਕਲ ਸਕੂਲ, ਉਹਨਾਂ ਦੀ ਇੱਕ ਸ਼ਾਖਾ ਓਕਨਾਗਨ ਵੀ ਹੈਗੀ ਹੈ, ਵਿਕਟੋਰੀਆ ਤੇ ਸਰੀ ਵੀ ਹੁਣ ਹੋ ਸਕਦਾ ਵੀ ਉਹ ਸਟਾਰਟ ਕਰ ਦੇਣ, ਤੇ ਉਹ ਹੈਗੇ 282। ਉਹਦੇ ਵਿੱਚੋਂ ਇੱਦਾਂ ਹੁੰਦਾ ਵੀ ਅਮਰੀਕਾ ਵਾਲੇ ਜਿਹੜੇ ਹੈਗੇ ਆ ਉਹ ਤਾਕਦੇ ਰਹਿੰਦੇ ਆ, ਉਹ $1.5 ਲੱਖ ਉਹਨਾਂ ਨੂੰ ਸਾਈਨਿੰਗ ਬੋਨਸ ਦਿੰਦੇ ਆ US ਡਾਲਰ, ਵੀ ਤੁਸੀਂ 2 ਸਾਲ ਸਾਡੇ ਇੱਥੇ ਕੰਮ ਕਰੋ, ਕਿਉਂਕਿ ਬੱਚਿਆਂ ਦੇ ਸਿਰ ਤੇ ਕਰਜ਼ਾ ਬਹੁਤ ਹੁੰਦਾ ਕਈਆਂ ਦੇ। ਸੋ ਉਹ ਕਹਿੰਦੇ ਵੀ ਚਲ ਠੀਕ ਹੈ, ਸਾਡਾ ਕਰਜ਼ਾ ਖਤਮ ਹੋ ਜਾਊਗਾ, 2 ਸਾਲ ਆਪਾਂ ਅਮਰੀਕਾ ਘੁਮਾਵਾਂਗੇ, ਫਿਰ ਇੱਥੇ ਆ ਕੇ ਆਪਾਂ ਸਟਾਰਟ ਕਰ ਲਵਾਂਗੇ। ਦੂਜੇ ਪ੍ਰੋਵਿੰਸ ਨੂੰ ਚਲੇ ਜਾਂਦੇ ਆ। ਤੀਜਾ, ਹੁਣ ਜਿਹੜੇ ਸਟੂਡੈਂਟ ਗ੍ਰੈਜੂਏਟ ਹੋਣ ਦੇ ਲਾਗੇ ਆਪਣੇ ਉਹ ਦੇਖਦੇ ਯਾਰ ਫੈਮਿਲੀ ਡਾਕਟਰ ਦਾ ਬਹੁਤ ਬੁਰਾ ਹਾਲ ਆ, ਕਿਉਂ ਨਾ ਸਪੈਸ਼ਲਿਸਟ ਹੀ ਬਣ ਜਾਈਏ। ਕਿਉਂਕਿ ਜਦੋਂ ਤੁਸੀਂ 4 ਸਾਲ MD ਦੀ ਟ੍ਰੇਨਿੰਗ ਕੀਤੀ, ਉਹਦੇ ਬਾਅਦ ਫੈਮਿਲੀ ਡਾਕਟਰ ਬਣਨ ਦੇ ਲਈ 2 ਸਾਲ ਤੁਹਾਨੂੰ ਰੈਸੀਡੈਂਸੀ ਕਰਨੀ ਪੈਣੀ ਫੈਮਿਲੀ ਮੈਡੀਸਿਨ, ਤੇ ਸਪੈਸ਼ਲਿਸਟ ਬਣਨ ਦੇ ਲਈ 4 ਤੋਂ 5 ਸਾਲ। ਉਹ ਕਹਿੰਦੇ ਚੱਲ 2-3 ਸਾਲ ਹੋਰ ਟ੍ਰੇਨਿੰਗ ਕਰ ਲੈਂਦੇ ਆ ਓਵਰ ਐਂਡ ਅਬਵ, ਉਹਦੇ ਬਾਅਦ ਸਪੈਸ਼ਲਿਸਟ ਬਣ ਜਾਵਾਂਗੇ। ਕਿਉਂਕਿ ਸਪੈਸ਼ਲਿਸਟ ਦੇ ਜਿਹੜੇ ਬਿਲਿੰਗ ਸਟਰਕਚਰ ਆ ਉਹ ਜ਼ਿਆਦਾ ਵਧੀਆ ਫੈਮਿਲੀ ਡਾਕਟਰ ਨਾਲੋਂ, ਕਿਉਂਕਿ ਥੋੜਾ ਘੱਟ ਪੇਸ਼ੈਂਟ ਦੇਖਦੇ ਆ, ਉਹ ਜ਼ਿਆਦਾ ਸਿਕ ਪੇਸ਼ੈਂਟ ਦੇਖਦੇ ਆ। ਸੋ ਇਹਦੇ ਵਿੱਚ ਮੈਂ ਇਹ ਵੀ ਦੱਸਣਾ ਚਾਹੁੰਦਾ, BC ਦੇ ਵਿੱਚ ਲੋਅਰ ਮੇਨਲੈਂਡ 'ਚ 5000 ਫੋਰਨ ਮੈਡੀਕਲ ਡਾਕਟਰ ਬੈਠਾ ਵੱਖ-ਵੱਖ ਕੰਟਰੀ ਤੋਂ, ਜਿਹੜਾ ਫੁੱਲੀ ਟ੍ਰੇਨਡ ਸੀ ਆਪਣੀ ਕੰਟਰੀ 'ਚ। ਓਕੇ, ਉਹਨਾਂ ਦੇ ਐਗਜ਼ਾਮ ਵੀ ਪਾਸ ਹੋਏ ਆ, ਲੇਕਿਨ ਉਹਨਾਂ ਨੂੰ ਟ੍ਰੇਨਿੰਗ ਪੋਜੀਸ਼ਨ ਨਹੀਂ ਮਿਲਦੀਆਂ ਪਈਆਂ। ਮੇਰੇ ਖਿਆਲ ਦੇ ਵਿੱਚ ਇਹ ਵੀ ਹੈ ਕਿ ਇਹਨਾਂ ਦਾ ਪ੍ਰੋਸੈਸ ਬੜਾ ਲੰਬਾ ਹੈ। ਜੀ, ਤਾਂ ਕਿ ਉਹ ਪ੍ਰੋਪਰ ਪੂਰਾ ਇੱਥੋਂ ਦਾ ਲਾਇਸੈਂਸ ਮਿਲੇ ਡਾਕਟਰੇਟ ਦਾ ਜਾਂ ਜੋ ਵੀ ਹੈ, ਉਹ ਇਹਨਾਂ ਦਾ ਪ੍ਰੋਸੈਸ ਬਹੁਤ ਲੰਬਾ ਹੈ। ਉਹ ਪ੍ਰੋਸੈਸ ਵੀ ਉਹਨਾਂ ਨੂੰ ਕਾਫੀ ਪਿੱਛੇ ਧੱਕ ਦਿੰਦਾ। ਨਹੀਂ, ਟ੍ਰੇਨਿੰਗ ਪੋਜੀਸ਼ਨ 20 ਹੈਗੀਆਂ। ਹੁਣ 5000 ਬੱਚੇ ਆ, ਉਹਨਾਂ ਨੂੰ 20 ਨੂੰ ਮਿਲਦੀਆਂ, ਬਾਕੀ ਜਿਹੜੇ 4800 4980 ਆ ਉਹ ਵਿਚਾਰੇ ਰਹਿ ਗਏ। ਉਹ ਫਿਰ ਹੋਰ ਕੋਈ ਜੌਬਸ ਕਰਦੇ ਆ, ਕਈ ਤਾਂ ਮੈਂ ਦੇਖਿਆ ਪੀਜ਼ਾ ਡਿਲੀਵਰੀ ਕਰਦੇ ਆ, ਕਈ ਹੋਰ ਕੋਈ। ਹਾਂ, ਸੋ ਆਪਾਂ ਨੂੰ ਉਹਨਾਂ ਦੇ ਟ੍ਰੇਨਿੰਗ ਪੋਜੀਸ਼ਨਸ ਜਿਹੜੇ ਵਧਾਉਣੇ ਚਾਹੀਦੇ ਆ, ਉਹਨਾਂ ਨੂੰ ਡਿਫਰੈਂਟ ਫਾਸਟ ਟਰੈਕ ਟ੍ਰੇਨਿੰਗ 'ਚ ਕਰਨਾ ਚਾਹੀਦਾ। ਤੀਜੀ ਗੱਲ, 282 ਮੈਂ ਕਿਹਾ ਸੀ ਨੰਬਰ ਇਹ ਲੈਂਦੇ ਆ ਹਰ ਸਾਲ ਬੱਚਿਆਂ ਦਾ ਜਿਨ੍ਹਾਂ ਨੂੰ MD ਬਣਾਉਣਾ ਹੈ ਨਾ, ਸਾਨੂੰ ਉਹ ਨੰਬਰ 500 ਤੇ ਲੈ ਕੇ ਜਾਣਾ ਚਾਹੀਦਾ, ਹੌਲੀ ਹੌਲੀ 1000 ਤੱਕ ਲੈ ਕੇ ਜਾਣਾ ਚਾਹੀਦਾ, ਕਿਉਂਕਿ ਸਾਡੀ ਲੋੜ ਪੂਰੀ ਨਹੀਂ ਹੋ ਰਹੀ। ਕਈ ਬੱਚੇ ਇੱਥੇ ਦੇ ਜੰਮੇ ਪਲੇ ਆ ਜਿਹੜੇ ਬਾਹਰਲੀ ਕੰਟਰੀ 'ਚ ਜਾ ਕੇ ਮੈਡੀਕਲ ਸਕੂਲ 'ਚ ਟ੍ਰੇਨਿੰਗ ਕਰਦੇ, ਲੈਟਸ ਸੇ ਲੰਡਨ ਚਲੇ ਗਏ, ਆਇਰਲੈਂਡ, ਆਸਟ੍ਰੇਲੀਆ, ਨਿਊਜ਼ੀਲੈਂਡ, ਅਮਰੀਕਾ। ਉਹ ਫਿਰ ਜਦੋਂ ਆਉਂਦੇ ਆ ਉਹਨਾਂ ਨੂੰ ਵੀ ਟਰਬਲ ਹੁੰਦੀ ਟ੍ਰੇਨਿੰਗ ਪੋਜੀਸ਼ਨ ਲੈਣ 'ਚ। ਸੋ ਉਹਨਾਂ ਦੇ ਲਈ ਇੱਕ ਵੱਖਰਾ ਟ੍ਰੇਨਿੰਗ ਪੋਜੀਸ਼ਨ ਹੋਣਾ ਚਾਹੀਦਾ ਵੀ, ਕਿਉਂਕਿ ਉਹ ਇੱਥੇ ਬੌਰਨ ਬ੍ਰੌਟ ਅਪ ਸਿਟੀਜ਼ਨ ਹੈਗੇ ਕੈਨੇਡੀਅਨ, ਕਿਉਂਕਿ ਉਹਨਾਂ ਨੂੰ ਇੱਥੇ ਮੈਡੀਕਲ ਸਕੂਲ 'ਚ ਨਹੀਂ ਮਿਲਿਆ ਸੀ, ਕਿਉਂਕਿ ਪੋਜੀਸ਼ਨਾਂ ਘੱਟ ਸੀ, ਇਸ ਲਈ ਉਹ ਬਾਹਰ ਗਏ। ਸੋ ਉਹਨਾਂ ਨੂੰ ਵੀ ਸਾਨੂੰ ਸਿਸਟਮ 'ਚ ਲੈ ਕੇ ਆਉਣਾ ਚਾਹੀਦਾ। ਮੇਰੇ ਖਿਆਲ ਨਾਲ ਸਰਕਾਰ ਨੂੰ ਇਹ ਸਾਰੀ ਗੱਲਾਂ ਦੇ ਉੱਤੇ ਤਵੱਜੋ ਦੇਣਾ ਚਾਹੀਦਾ। ਓਨਟੇਰੀਓ ਦੇ ਵਿੱਚ ਵੀ ਬੜੀ ਇਨਫਲਕਸ ਹੋਈ, ਜੋ ਬੜੀ ਉੱਥੇ ਇਮੀਗ੍ਰੇਸ਼ਨ ਹੋਈ, ਬੜੇ ਸਟੂਡੈਂਟ ਆਏ, ਲੇਕਿਨ ਉੱਥੇ ਡਾਕਟਰ ਸ਼ਾਰਟੇਜ ਦਾ ਇੰਨਾ ਮਸਲਾ ਨਹੀਂ ਜਿੰਨਾ ਇੱਥੇ ਆ। ਉਹਦਾ ਰੀਜ਼ਨ ਇਹ ਆ ਕਿਉਂਕਿ ਉਹਨਾਂ ਦਾ ਬਿਲਿੰਗ ਸਟਰਕਚਰ ਵਧੀਆ, ਉਹਨਾਂ ਦੇ ਟ੍ਰੇਨਿੰਗ ਪੋਜੀਸ਼ਨਸ ਜ਼ਿਆਦਾ ਨੇ, ਉਹਨਾਂ ਦਾ ਜਿਹੜਾ ਬਿਲਿੰਗ ਕੋਡਸ ਹੈਗਾ ਉਹ 3 ਡਿਵੀਜ਼ਨ 'ਚ ਚੱਲਦਾ ਵੀ ਸਿੰਪਲ ਕੇਸ ਦੇ ਲਈ $45, ਕੰਪਲੈਕਸ ਦੇ ਲਈ 60, ਜ਼ਿਆਦਾ ਕੰਪਲੈਕਸ ਦੇ ਲਈ 75। ਸੋ ਇਸ ਲਈ ਫੈਮਿਲੀ ਡਾਕਟਰ ਨੂੰ ਇਨਸੈਂਟਿਵ ਜ਼ਿਆਦਾ ਉੱਥੇ ਕੰਮ ਕਰਨ ਦਾ। ਸਾਨੂੰ ਬਿਲਿੰਗ ਸਟਰਕਚਰ ਨੂੰ ਮੋਡੀਫਾਈ ਕਰਨਾ ਚਾਹੀਦਾ। ਜਿਹੜੇ ਡਾਕਟਰ ਜਿਹੜੇ ਬਾਹਰ ਦੂਜੇ ਪ੍ਰੋਫੈਸ਼ਨਸ ਦੇ ਵਿੱਚ ਚਲੇ ਗਏ ਉਹਨਾਂ ਨੂੰ ਦੁਬਾਰਾ ਲੈ ਕੇ ਆਉਣਾ ਚਾਹੀਦਾ। ਨਵੇਂ ਡਾਕਟਰ ਭਰਤੀ ਕਰਨ ਵਾਸਤੇ ਮੈਡੀਕਲ ਸਕੂਲ 'ਚ ਐਡਮਿਸ਼ਨ ਜ਼ਿਆਦਾ ਕਰਨੀ ਚਾਹੀਦੀ ਹੈ। ਫੋਰਨ ਟ੍ਰੇਨ ਡਾਕਟਰ ਆ ਉਹਨਾਂ ਨੂੰ ਟ੍ਰੇਨਿੰਗ ਪੋਜੀਸ਼ਨ ਜ਼ਿਆਦਾ ਕ੍ਰੀਏਟ ਕਰਨੀ ਚਾਹੀਦੀ ਹੈ। ਕਿ ਮੈਨੂੰ ਇਸ ਬਾਰੇ ਇੰਨਾ ਪਤਾ ਨਹੀਂ ਹੈ, ਪਰ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗਾ, ਜਿੱਦਾਂ ਕੋਈ ਸਪੈਸ਼ਲਿਸਟ ਹੈ ਉਹ ਐਜ਼ ਅ ਫੈਮਿਲੀ ਡਾਕਟਰ ਵੀ ਕੰਮ ਕਰ ਸਕਦਾ ਜਾਂ ਨਹੀਂ ਕਰ ਸਕਦਾ? ਜੀ, ਇੱਕ ਵਾਰੀ ਤੁਹਾਨੂੰ ਲਾਇਸੈਂਸ ਮਿਲ ਜਾਂਦਾ। ਸਮਝੋ ਮੈਨੂੰ ਚੇਤਾ ਇੱਥੇ ਡਾਕਟਰ ਪ੍ਰੀਤਮ ਅਟਵਾਲ ਹੁੰਦੇ ਸੀ, ਉਹ ਸਰਜਨ ਸੀ, ਉਹ ਰਿਟਾਇਰ ਹੋ ਗਏ। ਉਹ ਕਹਿੰਦੇ ਮੇਰਾ ਜੀ ਨਹੀਂ ਕਰਦਾ, ਕਿਉਂਕਿ ਸਰਜਰੀ ਸਿਰਫ ਹਸਪੀਟਲ 'ਚ ਕਰ ਸਕਦੇ। ਉਹ ਕਹਿੰਦੇ ਮੇਰਾ ਜੀ ਨਹੀਂ ਕਰਦਾ ਕਿਉਂਕਿ ਦਿਨ ਰਾਤ ਕਈ ਵਾਰ ਰੋਟੇਸ਼ਨ। ਫਿਰ ਉਹ ਫੈਮਿਲੀ ਡਾਕਟਰ ਦਾ ਕਈ ਸਾਲ ਕੰਮ ਕਰਦੇ ਰਹੇ ਇੱਥੇ ਸਕਾਟ ਰੋਡ ਦੇ ਉੱਤੇ। ਸੋ ਉੱਦਾਂ ਇੱਕ ਵਾਰੀ ਤੁਹਾਡੇ ਕੋਲ ਲਾਇਸੈਂਸ ਹੈਗਾ ਸਪੈਸ਼ਲਿਸਟ ਦਾ, ਤੁਸੀਂ ਐਸੇ ਫੈਮਿਲੀ ਡਾਕਟਰ ਵੀ ਕਰ ਸਕਦੇ। ਲੇਕਿਨ ਅਗਰ ਸਮਝੋ ਐਸੇ ਸਰਜਨ ਉਹਦੀ ਇਨਕਮ $6-7 ਲੱਖ ਹੈ ਤੇ ਉਹ ਡ੍ਰੌਪ ਹੋ ਜਾਂਦੀ ਹੈ, 2-2.5 ਲੱਖ 'ਚ ਚਲੇ ਜਾਂਦੀ, ਕਿਉਂਕਿ ਬਿਲਿੰਗ ਤੁਹਾਨੂੰ ਫਿਰ ਫੈਮਿਲੀ ਡਾਕਟਰ ਦੇ ਸਟਰਕਚਰ 'ਚ ਹੀ ਕਰਨਾ ਪਏਗਾ। ਨਹੀਂ, ਜਿੱਦਾਂ ਨਾਲ ਦੀ ਨਾਲ ਉਹ ਆਪਣਾ ਸਪੈਸ਼ਲਿਸਟ ਦਾ ਕਰਦਾ ਰਹੇ, ਨਾਲ ਦੀ ਨਾਲ ਐਜ਼ ਅ ਫੈਮਿਲੀ ਡਾਕਟਰ ਵੀ ਦੇਖਦਾ ਰਹੇ, ਇਦਾਂ ਨਹੀਂ ਹੋ ਸਕਦਾ? ਨਹੀਂ, ਇਦਾਂ ਕਰਦੇ ਨੇ ਕੋਈ, ਕਿਉਂਕਿ ਫਿਰ ਤੁਹਾਨੂੰ ਗੱਲ ਤਾਂ ਉੱਥੇ ਆ ਜਾਂਦੀ ਨਾ ਕੈਪੀਟਲਿਸਟ ਕੰਟਰੀ ਦੀ। ਅਗਰ ਤੁਹਾਨੂੰ ਸਰਜਰੀ ਕਰਕੇ ਅਪੈਂਡਿਕਸ ਦਾ ਅਗਰ ਤੁਹਾਨੂੰ 500 ਮਿਲਣਾ ਤੇ ਉਹ ਤੁਹਾਨੂੰ ਪੂਰੇ ਦਿਨ ਤੇ ਮਤਲਬ ਸਾਰੇ ਪੇਸ਼ੈਂਟ ਦੇਖ ਕੇ ਮਸਾ ਹੋਣਾ ਹੈ ਨਾ। ਇਹਦੇ ਵਿੱਚ ਮੈਂ ਇਹ ਗੱਲ ਇਸ ਲਈ ਕਰ ਰਿਹਾ, ਇਹਦੇ ਵਿੱਚ ਮੇਰਾ ਇੱਕ ਪਰਸਨਲ
ਮਤਲਬ ਫਾਇਦਾ ਹੈ ਕਿ ਸਾਨੂੰ ਫੈਮਿਲੀ ਡਾਕਟਰ ਮਿਲ ਜਾਏਗਾ। ਅਸੀਂ ਡਾਕਟਰ ਦੀ ਨਹੀਂ ਦੇਖ ਰਹੇ ਕਿ ਡਾਕਟਰ ਨੂੰ ਘਾਟਾ ਪਵੇਗਾ, ਸਾਨੂੰ ਫੈਮਿਲੀ ਡਾਕਟਰ ਉਹ ਅੱਛਾ ਹਾਂ ਮੈਂ ਤੁਹਾਡੇ ਐਸੇ ਮੈਂ ਸਮਝਦਾ ਵੀ ਤੁਸੀਂ ਐਸੇ ਪਰਸਪੈਕਟਿਵ ਦੇਖਦੇ ਹੋ, ਲੇਕਿਨ ਟਰਬਲ ਪੈ ਜਾਂਦੀ ਬਹੁਤ, ਕਿਉਂਕਿ ਸਾਡੇ ਜਿੱਦਾਂ ਹੁਣ ਮੈਂ ਬੀਇੰਗ ਅ ਸਪੈਸ਼ਲਿਸਟ ਮੇਰਾ ਕੰਪਿਊਟਰ ਇੱਦਾਂ ਸੈਟਅਪ ਆ ਵੀ ਉਹ ਬਿਲਿੰਗ ਤਾਂ ਹੀ ਰਜਿਸਟਰ ਕਰੂਗਾ ਅਗਰ ਰੈਫਰਿੰਗ ਡਾਕਟਰ ਦਾ ਨਾਮ ਆਊਗਾ, ਹੈ ਨਾ। ਸੋ ਫਿਰ ਕਈ ਵਾਰ ਉਹ ਬਿਲਿੰਗ ਕਰਨ 'ਚ ਵੀ ਟਰਬਲ ਹੁੰਦੀ ਆ ਵੀ ਸਰਕਾਰ ਨੂੰ। ਸੋ ਇਸ ਲਈ ਮੈਂ ਇਹੀ ਕਹਿੰਦਾ ਵੀ ਸਾਨੂੰ ਐਨਰੋਲਮੈਂਟ ਸਰੀ ਦੇ ਵਿੱਚ ਅੱਜ ਨੀਂਹ ਪੱਥਰ ਰੱਖਣਾ ਚਾਹੀਦਾ ਸਰਕਾਰ ਨੂੰ, ਇੱਕ ਪੂਰਾ ਮੈਡੀਕਲ ਸਕੂਲ ਖੋਲ੍ਹਣ ਦੇ ਲਈ। ਦੇਖੋ ਅਲਬਰਟਾ ਦੀ ਪੋਪੂਲੇਸ਼ਨ ਹੈਗੀ ਹੈ 3.5 ਤੋਂ 4 ਮਿਲੀਅਨ, ਘੱਟ ਹੈ, ਬਹੁਤ ਘੱਟ ਹੈ। ਉੱਥੇ 2 ਮੈਡੀਕਲ ਸਕੂਲ ਹੈਗੇ ਆ। ਜਦੋਂ ਦਾ ਮੈਂ ਕੈਨੇਡਾ ਆਇਆ 30 ਸਾਲ ਹੋ ਗਏ ਮੈਨੂੰ, ਇੱਕ ਐਡਮਿੰਟਨ ਜੋ ਇੱਕ ਕੈਲਗਰੀ। ਸਾਡੀ ਆਬਾਦੀ ਐਲਬਰਟਾ ਨਾਲੋਂ ਕਿੱਥੇ ਜ਼ਿਆਦਾ, ਸਾਡੀ ਇਮੀਗ੍ਰੇਸ਼ਨ ਕਿੱਥੇ ਜ਼ਿਆਦਾ, ਇੱਕੋ ਮੈਡੀਕਲ ਸਕੂਲ ਹੈ। ਇੱਕ ਮੈਡੀਕਲ ਸਕੂਲ ਸਰੀ ਦੀ ਨੀਂਹ ਪੱਥਰ ਅੱਜ ਰੱਖਣੀ ਚਾਹੀਦੀ ਹੈ, ਕਿਉਂਕਿ ਸੈਕੰਡ ਬਿਗੇਸਟ ਸਿਟੀ ਹੈਗੀ ਹੈ BC ਦੀ, ਔਰ ਆਉਣ ਵਾਲੇ 10 ਸਾਲ 'ਚ ਵੈਂਕੂਵਰ ਤੋਂ ਵੀ ਵੱਡੀ ਹੋ ਜਾਣੀ ਹੈ। ਦੂਜੀ ਗੱਲ, ਵੈਂਕੂਵਰ 'ਚ 8 ਹਸਪੀਟਲ ਜੋ ਮੈਂ ਗਿਣਾ ਦਿੰਦਾ, ਸੇਂਟ ਪੌਲਸ, ਵੈਂਕੂਵਰ ਜਨਰਲ, BC ਚਿਲਡਰਨ, BC ਵੂਮਨ, UBC ਸਾਈਟ, ਮਾਊਂਟ ਸੇਂਟ ਜੋਸਫ, ਸ਼ੌਨਸੀ, ਤੇ ਸਰੀ 'ਚ ਕੀ ਆ? ਸਰੀ ਮੈਮੋਰੀਅਲ ਇੱਕੋ। ਸੋ 8 ਨਹੀਂ ਤਾਂ ਘੱਟ ਤੋਂ ਘੱਟ 5 ਤਾਂ ਹੋਣੇ ਚਾਹੀਦੇ ਆ। ਸੋ ਸਾਨੂੰ ਹਸਪੀਟਲ ਹੋਣੇ ਚਾਹੀਦੇ ਆ, ਮੈਡੀਕਲ ਸਕੂਲ ਇੱਥੇ ਸਥਾਪਿਤ ਕਰਨਾ ਚਾਹੀਦਾ, ਤਾਂ ਕਿ ਸਾਡੇ ਸਾਰੇ ਜਿਹੜੇ ਯੂਨੀਵਰਸਲ ਹੈਲਥ ਕੇਅਰ ਦੇ ਜਿਹੜੇ ਹੱਕਦਾਰ ਹੈ ਉਹਨਾਂ ਨੂੰ ਸਹੀ ਟਾਈਮ 'ਤੇ ਸਹੀ ਹੈਲਥ ਕੇਅਰ ਸੇਵਾਵਾਂ ਮਿਲਣ। ਡਾਕਟਰ ਸਾਹਿਬ, ਹੁਣ ਹਸਪੀਟਲਾਂ ਦੀ ਗੱਲ ਚੱਲੀ ਹੈ ਤਾਂ ਹਸਪੀਟਲਾਂ ਤੋਂ ਜਦੋਂ ਵੀ ਆਪਾਂ ਹਸਪੀਟਲ ਜਾਂਦੇ ਹਾਂ, ਕਿਸੇ ਵੀ ਈਵਨ ਵੱਡੀ ਬਿਮਾਰੀ ਲਈ ਜਾਈਏ ਚਾਹੇ ਛੋਟੀ ਬਿਮਾਰੀ ਲਈ ਜਾਈਏ, ਤਾਂ ਸਾਨੂੰ ਇਨੀਸ਼ੀਅਲ ਵੇਟਿੰਗ ਟਾਈਮ ਬਹੁਤ ਹੈ। ਮਤਲਬ 8-8 10-10 ਘੰਟੇ ਉੱਥੇ ਬਹਿਣਾ ਪੈਂਦਾ, ਕੋਈ ਪੁੱਛ ਗਿੱਛ ਨਹੀਂ ਹੁੰਦੀ ਕਿ ਤੈਨੂੰ ਕੀ ਬਿਮਾਰੀ ਹੈ, ਕੀ ਤੈਨੂੰ ਦੁੱਖ ਤਕਲੀਫ ਹੈ, ਬਸ ਉੱਥੇ ਬੈਠੇ ਰਹੋ ਜਾ ਕੇ। ਬੰਦਾ ਰੋਂਦਾ ਕਰਲਾਉਂਦਾ ਰਹਿੰਦਾ, ਕੋਈ ਨਹੀਂ ਪੁੱਛਦਾ। ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ? ਜਿੱਦਾਂ ਇੰਡੀਆ ਦੇ ਵਿੱਚ ਹੈ ਜਾਂ ਹਿੰਦੁਸਤਾਨ ਦੇ ਵਿੱਚ ਜਾਂ ਹੋਰ ਕੰਟਰੀਆਂ ਦਾ ਮੈਨੂੰ ਪਤਾ ਨਹੀਂ, ਹਿੰਦੁਸਤਾਨ 'ਚ ਆਪਾਂ ਜਾਈਏ ਐਮਰਜੈਂਸੀ ਰੂਮ 'ਚ ਉਹ ਉਸੇ ਟਾਈਮ ਫਟਾਫਟ ਬੰਦੇ ਨੂੰ ਅਟੈਂਡ ਕਰਦੇ ਨੇ, ਇੱਥੇ ਬੰਦਾ ਬਾਹਰ ਹੀ ਬੈਠਾ ਰਹਿੰਦਾ। ਇਹਦਾ ਨਾ ਫਿਰ ਗੱਲ ਉੱਥੇ ਹੁੰਦੀ ਹੈ ਵੀ ਯੂਨੀਵਰਸਲ ਹੈਲਥ ਕੇਅਰ ਸਿਸਟਮ ਹੈਗਾ ਸਾਡਾ ਨਾ, ਸਰਕਾਰ ਦਾ ਫ੍ਰੀ ਹੈਲਥ ਕੇਅਰ ਸਿਸਟਮ ਹੈ ਨਾ। ਅਤੇ ਹਿੰਦੁਸਤਾਨ ਦੇ ਵਿੱਚ ਅਗਰ ਪ੍ਰਾਈਵੇਟ ਹਸਪੀਟਲ ਹੈ ਉਹ ਤਾਂ ਮਤਲਬ ਤੁਸੀਂ ਰਾਈਟ ਅਵੇ ਤੁਹਾਨੂੰ 5 ਸਟਾਰ ਫੈਸਿਲਿਟੀ ਮਿਲਦੀ ਹੈ ਨਾ, ਬਟ ਪੈਸੇ ਵੀ ਖਰਚਣੇ ਪੈਂਦੇ ਆ, ਜਾਂ ਉਹਦੇ ਲਈ ਤੁਹਾਡੇ ਕੋਲ ਇੰਸ਼ੋਰੈਂਸ ਹੋਣਾ ਚਾਹੀਦਾ ਹੈ ਨਾ। ਹੁਣ ਇੱਥੇ ਟਰਬਲ ਇਹ ਹੈਗੀ ਹੈ ਵੀ ਜਦੋਂ ਮੈਂ ਜ਼ਿਕਰ ਕੀਤਾ ਪੋਪੂਲੇਸ਼ਨ ਗਰੋਥ ਦੇ ਨਾਲ ਨਾ ਜਿਹੜੇ ਡਾਕਟਰ ਦੀ ਗਰੋਥ ਉਹ ਨਹੀਂ ਹੋਈ, ਇਨਫਰਾਸਟਰਕਚਰ ਗਰੋਥ ਨਹੀਂ ਹੋਈ। ਜਦੋਂ ਮੈਂ ਹਸਪੀਟਲਾਂ ਦਾ ਜ਼ਿਕਰ ਕੀਤਾ ਵੀ 8 ਹੈਗੇ ਵੈਂਕੂਵਰ, ਔਰ ਸਾਡੀ ਆਬਾਦੀ ਵੈਂਕੂਵਰ ਤੋਂ ਆਉਣ ਵਾਲੇ 8-10 ਸਾਲ 'ਚ ਜ਼ਿਆਦਾ ਹੋ ਜਾਣੀ, ਅਤੇ ਸਾਡੇ ਦੂਜਾ ਹਸਪੀਟਲ ਪਤਾ ਨਹੀਂ ਕਦੋਂ ਬਣਨਾ ਹੈ ਨਾ, ਉਹਦਾ ਵੀ ਅਜੇ ਕੋਈ ਗਰਾਊਂਡ ਬ੍ਰੇਕਿੰਗ ਤਾਂ ਹੋਈ ਨਹੀਂ ਹੈ ਨਾ। ਸੋ ਇਸ ਲਈ ਸਾਨੂੰ ਜਿਹੜਾ ਇਨਫਰਾਸਟਰਕਚਰ ਹੈ ਸਰੀ ਦੇ ਵਿੱਚ ਬਹੁਤ ਟਰਬਲਸਮ ਹੈਗਾ। ਹੁਣ ਮੈਨੂੰ ਐਡਲਟ ਸਾਈਡ ਦਾ ਨਹੀਂ ਪਤਾ, ਲੇਕਿਨ ਬੱਚਿਆਂ ਦਾ ਪਤਾ। ਜਿਹੜਾ ਸਰੀ ਹਸਪੀਟਲ ਦੇ ਜਿਹੜਾ ਬੱਚਿਆਂ ਦਾ ਐਮਰਜੈਂਸੀ ਦਾ ਜਿਹੜਾ ਸੈਕਸ਼ਨ ਹੈ ਉੱਥੇ 12 ਸਪੋਟਸ ਹੈਗੇ ਆ। ਸੋ ਇੱਕ ਵਾਰੀ ਤਾਂ ਸਿਰਫ 12 ਬੱਚੇ ਹੀ ਉਹ ਦੇਖ ਸਕਦੇ, ਜ਼ਿਆਦਾ ਨਹੀਂ। ਅਗਰ 200 ਬੱਚਾ ਆ ਗਿਆ ਤਾਂ ਬਾਹਰ ਬੈਠਣਾ ਪਊਗਾ ਉਹਨਾਂ ਨੂੰ, ਔਰ ਅੰਦਰੋਂ ਦੇਖ ਕੇ ਡਾਕਟਰ ਨੇ, ਨਰਸ ਨੇ, ਫਿਰ ਉਹਦੇ ਐਕਸਰੇ ਹੋਣੇ, ਬਲੱਡ ਟੈਸਟ, ਪਿਸ਼ਾਬ ਟੈਸਟ, ਉਹ ਰਿਪੋਰਟਾਂ ਆਈਆਂ, ਫਿਰ ਉਹਨੂੰ 4-6 ਘੰਟੇ ਬਾਅਦ ਭੇਜਿਆ ਤਾਂ ਨਵਾਂ ਲੈਣਗੇ। ਹੁਣ ਨਰਸਿਸ ਜ਼ਿਆਦਾ ਹਾਇਰ ਕਰਕੇ ਏਡਰੀਅਨ ਡਿਕਸ ਜਿਹੜੇ ਸਿਹਤ ਮੰਤਰੀ ਉਹ ਜ਼ਿਆਦਾ ਨਰਸਿਸ ਵੀ ਹਾਇਰ ਕਰ ਰਹੇ, ਤਾਂ ਕਿ ਐਮਰਜੈਂਸੀ ਦੇ ਜਿਹੜੇ ਵੇਟਿੰਗ 'ਚ ਆ ਉੱਥੇ ਵੀ ਥੋੜ੍ਹਾ ਉਹਨਾਂ ਨੂੰ ਦੇਖਿਆ ਜਾਏ ਵੀ ਜਿਹਨੂੰ ਬੁਖਾਰ ਹੈਗਾ ਉਹਨੂੰ ਟਾਈਲਨੋਲ ਦੇ ਦਿੱਤੀ, ਐਡਵਿਲ ਦੇ ਦਿੱਤੀ। ਅਗਰ ਕੋਈ ਐਡਲਟ ਹੈਗਾ ਉਹਦਾ ਬਲੱਡ ਪ੍ਰੈਸ਼ਰ ਚੈੱਕ ਕਰ ਲਿੱਤਾ ਵੀ ਠੀਕ ਹੈਗਾ ਕਿ ਨਹੀਂ ਹੈਗਾ, ਉਹ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲੇਕਿਨ ਮੈਨ ਪਾਵਰ ਵੱਡਾ ਇੱਕ ਇਸ਼ੂ ਆ, ਫਿਜ਼ੀਕਲ ਸਪੇਸ ਇੱਕ ਵੱਡਾ ਇਸ਼ੂ ਹੈ, ਇੰਨੀ ਫਿਜ਼ੀਕਲ ਸਪੇਸ ਨਹੀਂ ਹੈਗੀ। ਹੁਣ BC ਚਿਲਡਰਨਸ ਹਸਪੀਟਲ ਜਿਹੜਾ ਪੂਰੇ ਪ੍ਰੋਵਿੰਸ ਦਾ ਸਭ ਤੋਂ ਕੰਪਲੈਕਸ ਹਸਪੀਟਲ ਹੈ ਵੀ ਜਿੱਥੇ ਬੱਚੇ ਨੇ ਲਾਸਟ 'ਚ ਉੱਥੇ ਹੀ ਜਾਣਾ ਅਗਰ ਕਿੱਥੇ ਸੋਲਵ ਨਹੀਂ ਹੁੰਦੀ ਪ੍ਰੋਬਲਮ, ਉਹਦੀ ਐਮਰਜੈਂਸੀ 'ਚ ਹੈਗੇ 50 ਸਪੋਟਸ। ਮੈਂ ਉੱਥੇ ਟ੍ਰੇਨਿੰਗ ਕਰਦਾ ਸੀ, ਉੱਥੇ ਕੰਮ ਕਰਦਾ ਸੀ, ਔਰ ਸਿਰਫ 150 ਤੋਂ 200 ਬੱਚਾ ਉੱਥੇ ਜਾਂਦਾ ਪੀਕ ਸੀਜ਼ਨ, ਜਿਹੜਾ ਹੁਣ ਆਪਾਂ ਫਲੂ ਦਾ ਸੀਜ਼ਨ, ਆਰਡੀਨਰੀ ਉੱਥੇ 50-60 ਬੱਚੇ ਹੀ ਜਾਂਦੇ ਆ ਐਵਰੀ ਡੇ, ਪੀਕ ਸੀਜ਼ਨ 'ਚ ਮਸਾਂ 150 ਬੱਚਾ ਜਾਂਦਾ। ਸਰੀ 12 ਸਪੋਟ ਆ, 250 ਬੱਚਾ ਸੀ ਕੱਲ੍ਹ ਉੱਥੇ। ਸੋ ਇਹੀ ਆ ਵੀ ਗਵਰਨਮੈਂਟ ਨੂੰ ਸਾਰਾ ਪਤਾ, ਲੇਕਿਨ ਸਾਡੇ ਨਾਲ ਕਿਉਂ ਵਿਤਕਰਾ ਹੋ ਰਿਹਾ? ਅਸੀਂ ਵੀ ਤਾਂ ਉਹਨੇ ਟੈਕਸ ਪੇ ਕਰਦੇ ਜਿੰਨਾ ਵੈਂਕੂਵਰ ਦੇ ਜਿਹੜੇ ਨਾਗਰਿਕ ਪੇ ਟੈਕਸ ਕਰਦੇ ਆ। ਸਾਨੂੰ ਇਨਫਰਾਸਟਰਕਚਰ ਚਾਹੀਦਾ, ਸਾਨੂੰ ਮੋਰ ਹਸਪੀਟਲ ਚਾਹੀਦੇ ਆ, ਨਰਸਿਸ ਜ਼ਿਆਦਾ ਚਾਹੀਦੀਆਂ, ਫਿਜ਼ੀਸ਼ੀਅਨ ਜ਼ਿਆਦਾ ਚਾਹੀਦੇ ਆ। ਜਿਹੜੇ ਫਿਜ਼ੀਸ਼ੀਅਨ ਹੈ ਉਹਨਾਂ ਨੂੰ ਰਿਟੇਨਿੰਗ ਵਾਸਤੇ ਸਾਨੂੰ ਹੋਰ ਪ੍ਰੋਟੋਕੋਲਸ ਚਾਹੀਦੇ ਆ। ਦੂਜੇ ਪ੍ਰੋਵਿੰਸ ਕਰ ਸਕਦੇ, ਅਸੀਂ ਕਿਉਂ ਨਹੀਂ ਕਰ ਸਕਦੇ? ਅਸੀਂ ਵੀ ਕਰ ਸਕਦੇ ਹਾਂ। ਅਸੀਂ ਮੇਰੇ ਖਿਆਲ ਦੇ ਵਿੱਚ ਅਸੀਂ ਸਭ ਤੋਂ ਵੱਧ ਟੈਕਸ ਦਿੰਦੇ ਹਾਂ, BC ਦੇ ਵਿੱਚ ਸਭ ਤੋਂ ਵੱਧ ਟੈਕਸ ਹੈ, ਅਤੇ ਸਾਨੂੰ ਹੀ ਸਭ ਤੋਂ ਘੱਟ ਸਹੂਲਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹਦਾ ਨਾ ਜਵਾਬ ਇਹ ਹੁੰਦਾ ਵੀ ਸਰੀ ਦੇ ਵਿੱਚ ਨਾ ਪੋਪੂਲੇਸ਼ਨ ਗਰੋਥ ਬਹੁਤ, 4000 ਤੋਂ ਜ਼ਿਆਦਾ ਬੱਚੇ ਪੈਦਾ ਹੁੰਦੇ ਆ, ਕਰੀਬਨ 18000 ਇਮੀਗਰੈਂਟ ਸਰੀ 'ਚ ਹਰ ਸਾਲ ਹੁੰਦੇ ਆ, ਸਟੂਡੈਂਟਸ ਆ ਰਹੇ ਆ, ਹੋਰ ਚੀਜ਼ਾਂ।
ਬਟ ਗਵਰਨਮੈਂਟ ਨੂੰ ਕੈਚਅਪ ਤੇ ਕਰਨਾ ਚਾਹੀਦਾ ਨਾ। ਗਵਰਨਮੈਂਟ ਕੋ ਅਗਰ ਆંકੜੇ ਹੈਗੇ ਆ ਤਾਂ ਉਸ ਹਿਸਾਬ ਦੇ ਨਾਲ ਇਨਫਰਾਸਟ੍ਰਕਚਰ ਵੀ ਤਾਂ ਪ੍ਰੋਵਾਈਡ ਕਰਨਾ ਚਾਹੀਦਾ, ਸਕੂਲ ਦਾ, ਹਸਪੀਟਲ ਦਾ ਤੇ ਹੋਰ ਸੇਵਾਵਾਂ ਦਾ, ਜਿਹੜੀ ਮਤਲਬ ਸਾਰਿਆਂ ਨੂੰ ਲੋੜ ਹੈਗੀ, ਕਿਉਂਕਿ ਹੁਣ ਸਟੂਡੈਂਟ ਵੀ ਜਿਹੜੇ ਕੰਮ ਕਰਦੇ ਉਹ ਟੈਕਸ ਪੇ ਕਰਦੇ ਜਾਂ ਕੰਟਰੀਬਿਊਟ ਕਰ ਹੀ ਰਹੇ ਆ। ਜਿਹੜੇ ਇਮੀਗ੍ਰੈਂਟ ਹੁੰਦੇ ਉਹ ਵੀ ਵਿਚਾਰੇ ਬਹੁਤੇ ਸਾਰੇ ਜਿਹੜੇ ਕੋਈ ਕੰਮ ਲੱਭਦੇ ਆ, ਇਹ ਨਹੀਂ ਵੀ ਘਰੇ ਬਹਿ ਕੇ ਉਹਨਾਂ ਨੇ ਰਹਿਣਾ, ਕਿਉਂਕਿ ਅਸੀਂ ਤਾਂ ਮਹਾਰਾਜ ਦੀ ਫਿਲਾਸਫੀ ਕਿਰਤ ਕਰਨ ਵਾਲੇ ਆ, ਨਾਮ ਜਪਣ ਵਾਲੇ ਤੇ ਵੰਡ ਛਕਣ ਵਾਲੇ ਆ। ਸੋ ਇਸ ਲਈ ਸਾਨੂੰ ਕੈਚਅਪ ਕਰਨਾ ਚਾਹੀਦਾ। ਸਾਡੇ ਜਿਹੜੇ ਇਲੈਕਟਿਡ ਆਫੀਸ਼ੀਅਲਸ ਹੈਗੇ, MLA ਤੇ ਮੈਂਬਰ ਆਫ ਪਾਰਲੀਮੈਂਟ, ਉਹਨਾਂ ਨੂੰ ਵੀ ਤਵੱਜੋ ਦੇਣੀ ਚਾਹੀਦੀ ਆ। ਜਿਹੜਾ ਨਾ ਹਰ ਪ੍ਰੋਵਿੰਸ ਦਾ ਜਿਹੜਾ ਹੈਲਥ ਕੇਅਰ ਪ੍ਰੋਵੀਜ਼ਨ ਹੈ ਉਹ ਪ੍ਰੋਵੀਜ਼ਨਲ ਜੂਰਿਸਡਿਕਸ਼ਨ 'ਚ ਹੁੰਦਾ। ਓਕੇ, ਫੈਡਰਲ ਗਵਰਨਮੈਂਟ ਤੁਹਾਨੂੰ ਪੈਸੇ ਦੇ ਦਿੰਦੀ, ਉਹਦੇ ਬਾਅਦ ਫੈਡਰਲ ਗਵਰਨਮੈਂਟ ਇੰਟਰਫੇਅਰ ਨਹੀਂ ਕਰਦੇ, ਲੇਕਿਨ ਫੈਡਰਲ ਗਵਰਨਮੈਂਟ ਪੋਪੂਲੇਸ਼ਨ ਦੇ ਹਿਸਾਬ ਦੇ ਨਾਲ ਪੈਸੇ ਦਿੰਦੀ ਆ। ਸੋ ਉਸ ਹਿਸਾਬ ਦੇ ਨਾਲ ਜਿਹੜਾ ਹੈਗਾ ਪ੍ਰੋਵਿੰਸ ਨੂੰ ਰਨ ਕਰਨਾ ਪੈਂਦਾ। ਪ੍ਰੋਵਿੰਸ ਵੀ ਕਹਿੰਦੇ ਵੀ ਉਹਨਾਂ ਦੇ ਪੈਸੇ ਦੀ ਘਾਟ ਪੈ ਰਹੀ ਆ, ਸੋ ਇਸ ਲਈ 22% ਸਰਕਾਰ ਤੋਂ ਮਿਲਦਾ ਫੈਡਰਲ, ਉਹ 35% ਮੰਗ ਰਹੇ ਆ। ਓਕੇ, ਇਸ ਵੇਲੇ 78% ਜਿਹੜਾ ਹੈਗਾ ਪ੍ਰੋਵਿੰਸ ਆਪਣਾ ਪੈਸਾ ਯੂਜ਼ ਕਰਦਾ, 22% ਫੈਡਰਲ ਯੂਜ਼ ਕਰਦਾ। ਲੇਕਿਨ ਪ੍ਰੋਵਿੰਸਿਸ ਸਾਰੇ ਕਹਿ ਰਹੇ ਆ ਵੀ ਸਾਨੂੰ 35% ਸਰਕਾਰ ਫੈਡਰਲ ਹੀ ਦੇਵੇ ਤੇ 65% ਅਸੀਂ ਕਰ ਲਵਾਂਗੇ। ਲੇਕਿਨ ਇਹਦੇ ਉੱਤੇ ਜੇ ਗੱਲਬਾਤ ਹੋ ਰਹੀ ਆ, ਦੇਖੋ ਆਉਣ ਵਾਲੇ ਟਾਈਮ 'ਚ ਇਹ ਕੀ ਰੰਗ ਲਿਆਉਂਦੀ ਆ। ਲੇਕਿਨ ਇਸ ਵੇਲੇ ਸਾਰੇ ਜਿਹੜੇ ਸਿਹਤ ਮੰਤਰੀ ਉਹ ਨਿਰਾਸ਼ਜਨਕ ਸੀ, ਕਿਉਂਕਿ ਪਹਿਲੀ ਮੀਟਿੰਗ ਉਹਨਾਂ ਦੀ ਜ਼ਿਆਦਾ ਪੈਸੇ ਮੰਗਣ ਵਾਲੀ ਕਾਮਯਾਬ ਨਹੀਂ ਹੋਈ ਸੀ। ਸੋ ਇਸ ਲਈ ਮੈਂ ਚਾਹੁੰਦਾ ਅਸੀਂ ਆਪਣਾ ਹੈਲਥ ਕੇਅਰ ਇੰਪਰੂਵ ਕਰਨਾ ਤੇ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਇਹ ਪੋਲੀਟੀਕਲ ਤੌਰ ਦੇ ਉੱਤੇ ਇਹਨੂੰ ਹੋਕਾ ਦੇਣਾ ਪੈਣਾ, ਤਾਂ ਕਿ ਅਸੀਂ ਚੇਂਜ ਇਕੱਠੇ ਲੈ ਕੇ ਆਈਏ। ਸੋ ਬੇਸਿਕਲੀ ਸਾਨੂੰ ਹੀ ਚਾਹੀਦਾ ਕਿ ਅਸੀਂ, ਮਤਲਬ ਮੈਂ ਇਹ ਨਹੀਂ ਕਹਿੰਦਾ, ਪਰ ਇਹ ਵੀ ਕਰ ਸਕਦੇ ਕਿ ਗੌਰਮੈਂਟ ਦੇ ਖਿਲਾਫ ਮੁਜ਼ਾਹਰਾ ਕਰੀਏ ਜਾਂ ਇੱਦਾਂ ਦਾ ਕੁਝ ਕਰੀਏ ਜਿਹਦੇ ਨਾਲ ਗੌਰਮੈਂਟ ਦੀਆਂ ਅੱਖਾਂ ਖੁੱਲ੍ਹਣ, ਕੰਨ ਖੁੱਲ੍ਹਣ ਕਿ ਸਾਨੂੰ ਹੈਲਥ ਕੇਅਰ ਚਾਹੀਦੀ ਹੈ। ਉਸ ਹੈਲਥ ਕੇਅਰ ਦਾ ਕੀ ਫਾਇਦਾ, ਫ੍ਰੀ ਦਾ ਕੀ ਫਾਇਦਾ, ਜਿਹੜੇ ਸਾਨੂੰ ਆਮ ਲੋਕਾਂ ਤੱਕ ਪਹੁੰਚੇ ਹੀ ਨਾ। ਤੁਹਾਡਾ ਗੱਲ ਸਹੀ ਹੈ, ਔਰ ਮੈਂ ਰਾਜ ਤੁਹਾਡੇ ਫਰਸਟ੍ਰੇਸ਼ਨ ਦੇ ਨਾਲ ਮੈਂ ਵਾਕਿਫ ਹੈਗਾ ਔਰ ਮੈਂ ਤੁਹਾਡੇ ਫਰਸਟ੍ਰੇਸ਼ਨਸ ਨੂੰ ਸਮਝਦਾ। ਲੇਕਿਨ ਇਹ ਹੈਗਾ ਸਰਕਾਰੀ ਡਿਸੀਜਨ, ਸੋ ਹਰ ਇੱਕ ਨੂੰ ਆਪਣੇ ਮੈਂਬਰ ਆਫ ਲੈਜਿਸਲੇਸ਼ਨ ਅਸੈਂਬਲੀ MLA ਨੂੰ ਮਿਲਣਾ ਚਾਹੀਦਾ, ਉਹਨਾਂ ਨੂੰ ਈਮੇਲ ਲਿਖਣੀ ਚਾਹੀਦੀ ਹੈ, ਏਡਰੀਅਨ ਡਿਕਸ ਨੂੰ ਲੈਟਰਸ ਲਿਖੋ, ਔਰ ਸਾਡੇ ਇੱਥੇ ਕੋਈ ਨਾ ਕੋਈ ਆਰਗੇਨਾਈਜੇਸ਼ਨ ਕ੍ਰੀਏਟ ਹੋਣੀ ਚਾਹੀਦੀ ਹੈ ਜਿਹੜੀ ਉਹ ਵੌਇਸ ਜਿਹੜੀ ਹੈਗੀ ਸਰਕਾਰ ਤੱਕ ਪਹੁੰਚਾ ਸਕੇ ਵੀ ਸਾਨੂੰ ਸੇਵਾਵਾਂ ਸਹੀ ਟਾਈਮ 'ਤੇ ਔਰ ਮਿਲਣੀਆਂ ਚਾਹੀਦੀਆਂ। ਇੱਦਾਂ ਨਹੀਂ ਵੀ ਹੁਣ 2 ਹਫ਼ਤੇ ਬਾਅਦ ਸਾਡੀ ਵਾਰੀ ਆਵੇ ਤਦ ਤੱਕ ਹੋਰ ਬਿਮਾਰੀ ਕਈ ਵਾਰ ਫੈਲ ਚੁੱਕੀ ਹੁੰਦੀ ਹੈ। ਦੂਜੀ ਇੱਕ ਮੇਰੇ ਦਿਮਾਗ ਦੇ ਵਿੱਚ ਉੱਦਾਂ ਆ ਰਹੀ ਹੈ ਗੱਲ, ਜਿੱਦਾਂ ਇੱਕ ਕਲੋਵਰਡੇਲ ਹਸਪੀਟਲ ਦਾ ਵੀ ਮਸਲਾ ਹੋਇਆ ਸੀਗਾ ਕਿ ਸਰੀ ਦੇ ਵਿੱਚ ਦੂਜਾ ਹਸਪੀਟਲ, ਉਹ ਵੀ ਪੋਲੀਟੀਕਲ ਹੀ ਮਤਲਬ ਗੁਬਾਰ 'ਚ ਫਸ ਗਿਆ ਕਿ ਉਹ ਬਣੇ ਜਾਂ ਨਾ ਬਣੇ। ਦੇਖੋ ਐਲਾਨ ਤਾਂ ਹੋਇਆ ਸੀ, ਉਹਦੇ ਉੱਤੇ ਹੁਣ ਉਹ ਕਹਿ ਰਹੇ ਵੀ ਸਟੱਡੀ ਚੱਲ ਰਹੀ ਆ, ਉਹਦੇ ਉੱਤੇ ਉਹ ਕਹਿੰਦੇ ਨਕਸ਼ੇ ਬਣਨਗੇ, ਫਿਜ਼ੀਬਿਲਿਟੀ ਸਟੱਡੀ ਚੱਲ ਰਹੀ ਹੈ, ਬੜਾ ਕੁਛ। ਦੇਖੋ ਮੈਂ 27 ਸਾਲ ਤੋਂ ਹੁੱਕਾ ਦੇ ਰਿਹਾ ਵੀ ਸਰੀ 'ਚ ਸੈਕਿੰਡ ਹਸਪੀਟਲ ਬਣਨਾ ਚਾਹੀਦਾ, ਨਹੀਂ ਬਣਿਆ ਜੀ। ਮੈਂ 27 ਸਾਲ ਤੋਂ ਵੱਖ-ਵੱਖ ਰੇਡੀਓ ਟੈਲੀਵਿਜ਼ਨ 'ਤੇ ਕਹਿ ਰਿਹਾ। ਸੋ ਸਾਨੂੰ ਕੋਈ ਨਾ ਕੋਈ ਕਮਿਊਨਿਟੀ ਆਰਗੇਨਾਈਜੇਸ਼ਨ ਲੈ ਕੇ ਇਹਨੂੰ ਚੱਲਣਾ ਪੈਣਾ। ਹੁਣ ਕੇਵਿਨ ਫਾਲਕਨ ਜਿਹੜੇ BC ਯੂਨਾਈਟਿਡ, ਕਿਉਂਕਿ BC ਲਿਬਰਲ ਦਾ ਨਾਂ ਚੇਂਜ ਹੋ ਗਿਆ, ਹੁਣ BC ਯੂਨਾਈਟਿਡ ਹੋ ਗਿਆ ਕੁਝ, ਉਹ ਕਹਿੰਦੇ ਵੀ ਨਹੀਂ ਉਹ ਸਾਈਟ ਨਹੀਂ ਚੰਗੀ, ਅਗਰ ਮੈਂ ਇਲੈਕਸ਼ਨ ਜਿੱਤ ਗਿਆ ਮੈਂ ਦੂਜੀ ਜਗ੍ਹਾ। ਹੁਣ ਪੰਗਾ ਇਹ ਪੈਂਦਾ ਵੀ ਜਦੋਂ ਹੁਣ ਪੁਲਿਸਿੰਗ ਦਾ ਹੈ ਨਾ, ਸਾਰੀ ਪੁਲਿਸ ਆ, ਹੁਣ ਕਹਿੰਦੇ ਵੀ ਨਹੀਂ RCMP ਚਾਹੀਦੀ ਹੈ। ਦੇਖੋ ਸਾਨੂੰ ਚਾਹੀਦੀ ਸੇਫਟੀ, ਬਿੱਲਾ ਇੱਥੇ ਸਰੀ ਪੁਲਿਸ ਦਾ ਲੱਗਾ, RCMP ਦਾ ਲੱਗਾ, ਸੇਮ ਹੀ ਹੈ। ਸਾਨੂੰ ਚਾਹੀਦਾ ਹਸਪੀਟਲ, ਸਾਈਟ ਤੁਸੀਂ ਇੱਥੇ ਰੱਖ ਲਓ, ਉੱਥੇ ਰੱਖ ਲਓ, ਬਈ ਉਹ ਹਸਪੀਟਲ 'ਤੇ ਬਣਾਓ। ਜ਼ਰੂਰੀ ਗੱਲ ਹੈ ਵੀ ਹਸਪੀਟਲ ਸੈਕਿੰਡ ਚਾਹੀਦਾ ਹੀ ਹੈ, ਕਿ ਜਿਸ ਹਿਸਾਬ ਨਾਲ ਸਾਡੀ ਆਬਾਦੀ ਹੋ ਰਹੀ ਹੈ, ਕਿਉਂਕਿ ਉੱਥੇ ਫਿਰ ਰਸ਼ ਘਟੂਗਾ, ਸਾਰੀ ਦੂਜੇ ਪਾਸੇ ਡਿਵਾਈਡਡ ਹੋਊਗਾ। ਔਰ ਸਾਨੂੰ ਚਾਹੀਦਾ ਵੀ ਕੋਈ ਨਾ ਕੋਈ ਸਾਡਾ ਜ਼ਰੂਰ ਜਵਾਨ ਬੱਚਾ ਜਾਂ ਬੱਚੀ ਇਸ ਨੂੰ ਲੀਡ ਕਰੇ, ਤਾਂ ਕਿ ਫਾਈਟ ਜਿਹੜੀ ਹੈਗੀ ਇੱਕ ਦਿਨ ਦੀ ਨਹੀਂ ਆ, ਗ੍ਰੈਜੂਅਲੀ ਲੇਕਿਨ ਇਹ ਜਿੱਤ ਸਕਦੇ, ਅਸੀਂ ਜ਼ਰੂਰ ਜਿੱਤਾਂਗੇ। ਸੋ ਦੋਸਤੋ, ਇਹ ਸੀਗੇ ਡਾਕਟਰ ਪ੍ਰਗਟ ਸਿੰਘ ਭੁਰਜੀ ਜੀ। ਸਾਨੂੰ ਹੀ ਇੱਕ ਹੰਭਲਾ ਮਾਰਨਾ ਪੈਣਾ ਹੈ, ਗੌਰਮੈਂਟ ਦੇ ਕੰਨਾਂ ਦੇ ਵਿੱਚ ਹੂਕ ਲਾਉਣੀ ਪੈਣੀ ਹੈ ਕਿ ਸਾਨੂੰ ਹਸਪੀਟਲ ਚਾਹੀਦੇ ਨੇ, ਬੈਟਰ ਹੈਲਥ ਕੇਅਰ ਚਾਹੀਦੀ ਹੈ, ਤਾਂ ਕਿ ਸਾਡੀ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਉਹ ਬਿਮਾਰੀਆਂ ਕਰਕੇ ਨਾ ਸਫਰ ਕਰੇ। ਸੋ ਮੈਂ ਸਾਰਿਆਂ ਨੂੰ ਦਰਖਾਸਤ ਕਰਾਂਗਾ ਕਿ ਆਪਣੇ ਨੇੜਲੇ ਜਿਹੜੇ ਵੀ ਪੋਲੀਟੀਕਲ ਉਹਨਾਂ ਦੇ ਆਗੂ ਨੇ, ਲੀਡਰ ਨੇ, ਉਹਨਾਂ ਕੋਲ ਜਾਣ ਜਾਂ ਈਮੇਲ ਸੈਂਡ ਕਰਨ ਕਿ ਸਾਨੂੰ ਹਸਪੀਟਲ ਦੇਣ, ਪ੍ਰੋਪਰ ਹੈਲਥ ਕੇਅਰ ਦੇਣ। ਸੋ ਇੱਥੇ ਹੀ ਅਸੀਂ ਇਸ ਸੈਗਮੈਂਟ ਦਾ ਅੱਜ ਅੰਤ ਕਰਦੇ ਹਾਂ। ਧੰਨਵਾਦ।